पंजाब ਦੇ ਵਿੱਚ 70 ਫੁੱਟ ਡੂੰਘੇ ਬੋਰਵੈਲ ਦੇ ਵਿੱਚ ਫਸਿਆ ਹੈ ਮਜ਼ਦੂਰ ਬਚਾਅ ਕਾਰਜ ਜਾਰੀ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਕਰਤਾਰਪੁਰ ਨੇੜੇ ਵਾਪਰੀ ਜਦੋਂ ਸੁਰੇਸ਼ ਇੱਕ ਹੋਰ ਵਰਕਰ ਦੇ ਨਾਲ ਬੋਰਵੈਲ ਦੇ ਵਿੱਚ ਬੋਰਿੰਗ ਮਸ਼ੀਨ ਦੇ ਕੁਝ ਹਿੱਸੇ ਨੂੰ ਖਾਲੀ ਕਰਨ ਦੇ ਲਈ ਗਿਆ ਅਤੇ ਹੇਠਾਂ ਫਸ ਗਿਆ। ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਵਿੱਚ ਰੇਤ ਡਿੱਗਣ ਦੇ ਕਾਰਨ ਇੱਕ ਮਜ਼ਦੂਰ 70 ਫੁੱਟ ਡੂੰਘੇ ਬੋਰਵੈਲ ਦੇ ਵਿੱਚ ਫਸ ਗਿਆ ਹੈ। ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਕਰਤਾਰਪੁਰ ਨੇੜੇ ਵਾਪਰੀ ਜਦੋਂ ਸੁਰੇਸ਼ ਇੱਕ ਹੋਰ ਵਰਕਰ ਦੇ ਨਾਲ ਬੋਰਵੈਲ ਦੇ ਵਿੱਚ ਬੋਰਿੰਗ ਮਸ਼ੀਨ ਦੇ ਕੁਝ ਹਿੱਸੇ ਨੂੰ ਖਾਲੀ ਕਰਨ ਦੇ ਲਈ ਗਿਆ ਸੀ। ਉਹਨਾਂ ਦੱਸਿਆ ਕਿ ਹਾਲਾਂਕਿ ਦੂਜਾ ਕਰਮਚਾਰੀ ਬਾਹਰ ਆ ਗਿਆ ਪਰ ਰੇਤ ਡਿੱਗਣ ਦੇ ਕਾਰਨ ਸੁਰੇਸ਼ ਫਸ ਗਿਆ। ਉਹਨਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਨੈਸ਼ਨਲ ਡਿਜ਼ਾਸਟਰ ਰਿਸਪੌਂਸ ਫੋਰਸ ਵੱਲੋਂ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਇਹ ਨੈਸ਼ਨਲ ਹਾਈਵੇ ਦਾ ਪ੍ਰੋਜੈਕਟ ਆ ਜਿਹੜਾ ਨਵਾਂ ਆਪਣਾ ਜੰਮੂ ਕਟਰਾ ਹਾਈਵੇ ਆ ਤੇ ਉਹਦਾ ਨੈਸ਼ਨਲ ਹਾਈਵੇ ਨੇ ਕੰਟਰੈਕਟਰ ਆ ਜਿਹੜੀ ਐਮਕੇਸੀ ਆ ਜਿਹੜਾ ਕੰਟਰੈਕਟਰ ਆ ਤੇ ਇਹ 3 ਪਿੱਲਰ ਬਣੇ ਸੀ। ਚੌਥਾ ਪਿੱਲਰ ਜਿਹੜਾ ਜਦੋਂ ਬੋਰਿੰਗ ਹੋ ਰਹੀ ਸੀਗੀ ਜਿਹੜੀ ਮਸ਼ੀਨ ਉਹਨਾਂ ਦੇ ਵਿੱਚ ਸਟਕ ਹੋ ਗਈ ਸੀ 1 ਹਫ਼ਤੇ ਤੋਂ ਤਕਰੀਬਨ 60-70 ਫੀਟ ਤੇ ਤੋ ਸਟਕ ਹੋਈ ਸੀ। ਉਹਨੂੰ ਕੱਢਣ ਵਾਸਤੇ ਜਿਹੜੇ ਐਕਸਪਰਟ ਸੀਗੇ 2 ਬੰਦੇ, ਇੱਕ ਸੁਰੇਸ਼ ਕੁਮਾਰ ਸੀਗਾ ਜਿਹੜਾ ਕਿ ਵਿੱਚ ਸਟਕ ਹੋ ਗਿਆ, ਇੱਕ ਦੂਸਰਾ ਵਾ ਉਹ ਚਲੋ ਬਚ ਗਿਆ। ਤੇ ਜਦੋਂ ਨੀਚੇ ਗਏ ਆ 60-70 ਫੀਟ ਤੇ ਇੱਕਦਮ ਜਿਹੜੀ ਆ ਮਿੱਟੀ ਆ ਉਹ ਸਾਈਡਾਂ ਤੋਂ ਪੈ ਕੇ ਇੱਕ ਜਣਾ ਤਾਂ ਸਰਵਾਈਵ ਕਰ ਗਿਆ, ਜਿਹੜਾ ਦੂਸਰਾ ਵਾ ਉਹ ਅਜੇ ਵੀ ਸਟਕ ਹੋਇਆ। ਸਰ ਰੀਜ਼ਨ ਪਤਾ ਲੱਗਿਆ ਕਿ ਇੱਕ ਜਿਹੜਾ ਨਿਕਲ ਗਿਆ ਦੋਵੇਂ ਕਿਉਂ ਨਹੀਂ ਨਿਕਲ ਸਕੀਆਂ, ਫਿਰ ਕੀ ਰੀਜ਼ਨ ਆਇਆ ਜਾਂ ਫਿਰ ਕਿੰਨੇ ਕੀ ਡੂੰਘਾਈ ਤੋਂ ਸੀਗੇ? ਜਿਵੇਂ ਮੈਂ ਪਹਿਲਾਂ ਦੱਸਿਆ ਕਿ ਤਕਰੀਬਨ 70 ਫੀਟ ਤੇ ਸੀਗੇ ਕਿਉਂਕਿ ਇਹ ਜਿਹੜੇ ਨੈਸ਼ਨਲ ਹਾਈਵੇ ਜਿਹੜਾ ਕੰਮ ਕਰਦਾ ਉਹ ਪਿੱਲਰ ਜਿਹੜੇ ਬਹੁਤ ਜ਼ਿਆਦਾ ਡੂੰਘੇ ਹੁੰਦੇ ਆ। ਜਿਹੜੀ ਮਸ਼ੀਨ ਆ ਉਹ ਜਦੋਂ ਬੋਰਿੰਗ ਕਰਦੀ ਆ ਨੀਚੇ ਤੇ ਜਿਹੜੀ ਅੱਗੇ ਘੁੰਮਦੀ ਆ ਚੱਕਰੀ ਜਿਹੜੀ ਉਹ ਸਟਕ ਹੋ ਗਈ ਸੀ ਨੀਚੇ ਤੇ ਉਹਨੂੰ ਹੀ ਮਤਲਬ ਇਹ ਬੰਦੇ ਦੋਵੇਂ ਐਕਸਪਰਟ ਸੀਗੇ ਉਸ ਕੰਮ ਦੇ ਤੇ ਅਨਫੋਰਚੂਨੇਟਲੀ ਉਹ ਮਤਲਬ ਉੱਤੇ ਉਹਦੇ ਵਿੱਚ ਸਟਕ ਹੋ ਗਏ। ਕਦੇ ਜਿਹੜੇ ਆਪਣੇ ਇਹਨਾਂ ਡਿਪਾਰਟਮੈਂਟ ਦੇ ਬੰਦੇ ਹੈਗੇ ਇਹਨਾਂ ਨੂੰ ਦੱਸਿਆ ਕਿ ਆਪਣੇ ਇੱਕ ਬੰਦਾ ਨਿਕਲਿਆ ਦੂਜੇ ਨਿਕਲਦਾ ਕੀ ਕਾਰਨ, ਨਾ ਨਿਕਲਣ ਦਾ ਕੀ ਕਾਰਨ ਹੈ, ਕੁਛ ਆਈਡੀਆ ਉਹਨੂੰ ਦੱਸਿਆ? ਉਹ ਇੱਦਾਂ ਹੋ ਸਕਦਾ ਕਈ ਵਾਰੀ ਵੀ ਮਤਲਬ ਜਦੋਂ ਇੱਕ ਬੰਦੇ ਨੂੰ ਤੇ ਜਦੋਂ ਮਿੱਟੀ ਗਿਰ ਰਹੀ ਹੋਊਗੀ ਉਹ ਜਲਦੀ ਨਿਕਲ ਗਿਆ ਜਾਂ ਉਹਨੂੰ ਤੇ ਦੂਸਰਾ ਜਿਹੜਾ ਉਹਦੇ ਤੇ ਜ਼ਿਆਦਾ ਮਿੱਟੀ ਪੈ ਗਈ ਸ਼ਾਇਦ ਇਸ ਕਰਕੇ। ਜਿੰਨਾ ਕਿ ਉੱਪਰ ਹੈਗਾ ਸਾਈਡ ਤੇ ਉਹਦੀ ਵੀ ਕੋਈ ਪ੍ਰੋਬਲਮ ਆ ਰਹੀ ਹੈ ਕਿਸੇ ਉੱਪਰ ਦੀ? ਛੱਪੜ ਦਾ ਕਰਕੇ ਤੇ ਚਲੋ ਇਹ ਪਿੱਲਰ ਵੀ ਛੱਪੜ ਦਾ ਕਰਕੇ ਬਣਾ ਰਹੇ ਕਿਉਂਕਿ ਜੇ ਉੱਪਰੋਂ ਦੀ ਹਾਈਵੇ ਬਣਨਾ ਹੈਗਾ ਤੇ ਜੇ ਨਹੀਂ ਜ਼ਿਆਦਾ ਡੂੰਘਾਈ ਤੇ ਜਾਣਗੇ ਤਾਂ ਫਿਰ ਤਾਂ ਕੱਲ੍ਹ ਨੂੰ ਕੁਝ ਵੀ ਹਾਦਸਾ ਇਸ ਕਰਕੇ ਇਹ ਸੇਫਟੀ ਦਾ ਕਰਕੇ ਇੰਨੇ ਡੀਪ ਮਤਲਬ ਇਹ ਪਿੱਲਰ ਕਰ। ਕਿੰਨਾ ਕੁ ਸਮਾਂ ਹੋ ਚੁੱਕਿਆ ਹੈ ਕਿ ਕਿੰਨਾ ਮਸ਼ੀਨ ਲੱਗੀ ਹੈਗੀ ਤੇ ਕਿੰਨਾ ਕੁ ਸਮਾਂ ਹੋਰ ਲੱਗੇਗਾ? ਕੱਲ੍ਹ ਤਕਰੀਬਨ 7 ਵਜੇ ਦੇ ਰੈਸਕਿਊ ਆਪਰੇਸ਼ਨ ਜਾਰੀ ਹੈ ਜੀ। ਕੱਲ੍ਹ ਸ਼ਾਮ ਲੱਗੇ ਸੀਗੇ ਕਿ ਡਿਪਾਰਟਮੈਂਟ ਨੂੰ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਇਨਫੋਰਮੇਸ਼ਨ ਦੇ ਦਿੱਤੀ? ਐਡਮਿਨਿਸਟ੍ਰੇਸ਼ਨ ਨੂੰ ਵੀ ਇਮੀਡੀਏਟਲੀ ਇਨਫੋਰਮੇਸ਼ਨ ਮਿਲ ਗਈ ਸੀਗੀ ਤੇ ਸਾਡੇ ਐਸਡੀਐਮ ਸਾਹਿਬ ਬਾਕੀ ਵੀ ਸਾਰਾ ਜਿਹੜਾ ਪ੍ਰਸ਼ਾਸਨ ਕੱਲ੍ਹ ਸ਼ਾਮ ਤੋਂ ਹੀ ਇੱਥੇ ਮੌਜੂਦ ਹੈਗਾ ਤੇ ਅੱਜ ਸ਼ਾਮ ਤੱਕ ਉਮੀਦ ਹੈ ਕਿ ਅੱਜ ਸ਼ਾਮ ਤੱਕ ਹੋ ਜਾਊਗਾ ਕਿਉਂਕਿ ਇੱਕ ਸਾਈਡ ਤੇ ਛੱਪੜ ਹੋਣ ਦਾ ਕਰਕੇ ਜਿਹੜਾ ਉਹ ਐਕਸੈਸ ਜਿਹੜਾ ਥੋੜ੍ਹਾ ਮੁਸ਼ਕਿਲ ਲੱਗ ਰਿਹਾ। ਜਿਹੜੀ ਦੂਜੀ ਸਾਈਡ ਤੇ ਪਿੱਲਰ ਆ ਤੁਸੀਂ ਦੇਖ ਰਹੇ ਪਿੱਲਰ ਵੀ ਜਿਹੜੇ ਆ ਉਹ ਵੀ ਰੁਕਾਵਟ ਬਣਦੇ ਆ। ਉਹ ਪਿੱਲਰ ਕਾਫੀ ਡੂੰਘੇ ਆ ਮਤਲਬ 70-80 ਫੀਟ ਤੱਕ। ਜਿੱਦਾਂ ਹੁਣ ਛੱਪੜ ਦੇ ਬੰਨ ਨੂੰ ਵੀ ਪੱਕਿਆ ਕੀਤਾ ਜਾ ਰਿਹਾ, ਛੱਪੜ ਵੀ ਬਾਹਰ ਕੱਢਿਆ ਜਾ ਰਿਹਾ। ਜਿਹੜਾ ਛੱਪੜ ਆ ਉਹਦੇ ਵਿੱਚੋਂ ਆਪਾਂ 3 ਥਾਵਾਂ ਤੇ ਜਿਹੜੇ ਡਰੇਨ ਆਊਟ ਕਰ ਰਹੇ ਪੰਪ ਲਾਏ ਹੋਏ ਆ ਤੇ ਛੱਪੜ ਵਾਲੀ ਸਾਈਡ ਨੂੰ ਹੁਣ ਅਸੀਂ ਮਿੱਟੀ ਲਾ ਰਹੇ ਆ। ਮਿੱਟੀ ਉਧਰ ਨੂੰ ਸ਼ਿਫਟ ਕਰਕੇ ਤਾਂ ਕਿ ਸਾਨੂੰ ਵਾਈਡਰ ਮਿਲ ਜਾਵੇ ਤੇ ਡੂੰਘਾਈ ਤੇ ਜਾ ਕੇ ਆਪਾਂ ਜਿਹੜਾ 70 ਕਿਉਂਕਿ ਜੇ ਮਸ਼ੀਨ ਪਹਿਲਾਂ ਅੱਗੇ ਨੀਚੇ ਗਈ ਸੀਗੀ ਜਦੋਂ ਨੀਚੇ ਗਈ ਸੀ ਉਹ ਫਿਰ ਮਸ਼ੀਨ ਵਾਲੇ ਨੂੰ ਵੀ ਖਤਰਾ ਕਿ ਜੇ ਉਹ ਮਸ਼ੀਨ ਅੰਦਰ ਜਾਂਦੀ ਸਾਈਡਾਂ ਤੋਂ ਮਿੱਟੀ ਜਿਹੜੀ ਆ ਉਹ ਮਸ਼ੀਨ ਵਾਲੇ ਨੂੰ ਵੀ ਖਤਰਾ ਹੋ ਸਕਦਾ। ਕੋਈ ਸੰਪਰਕ ਹੋ ਪਾਇਆ ਸੁਰੇਸ਼ ਨਾਲ ਦੇ? ਅਜੇ ਤੱਕ ਕੋਈ ਇੱਦਾਂ ਦਾ ਸੰਪਰਕ ਕਿਉਂਕਿ ਮਿੱਟੀ ਕਾਫੀ ਜ਼ਿਆਦਾ ਮਿੱਟੀ ਦੇ ਵਿੱਚ ਹੋ ਗਿਆ ਤੇ ਇਸ ਕਰਕੇ ਸੰਪਰਕ ਸਰ ਆਪਣੇ ਕੁਝ ਆਕਸੀਜਨ ਜਾਂ ਥੱਲੇ ਕੁਝ ਤੇ ਆਪਣੇ ਹੈਗਾ ਜੀ ਪ੍ਰੀਕਾਸ਼ਨਰੀ ਮੈਜ਼ਰ ਜਾਂ ਕਹਿ ਰਹੇ ਸੀਗੇ ਕਿ ਉਹਨਾਂ ਦੇ ਕੋਲ ਜਦੋਂ ਕੱਲ੍ਹ ਸੀਗਾ ਵੀ ਆਕਸੀਜਨ ਉਹਨਾਂ ਦੇ ਨਾ ਹੈ ਸੀਗੀ ਆਕਸੀਜਨ ਵਗੈਰਾ ਦੀ ਪਰ ਹੁਣ ਕਿਉਂਕਿ ਉੱਪਰ ਮਿੱਟੀ ਪੈ ਗਈ ਆ ਤਾਂ ਹੁਣ ਇਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਜਿਹੜਾ ਦੂਸਰਾ ਆਪਣਾ ਨੌਜਵਾਨ ਆ ਉਹਦੇ ਹਾਲਾਤ ਉਹ ਤਾਂ ਸਰਵਾਈਵ ਕਰ ਗਿਆ ਜੀ। ਉਹ ਹੁਣ ਕਿਤੇ ਸਾਈਟ ਤੇ ਆਪਣਾ ਟ੍ਰੀਟਮੈਂਟ ਵਗੈਰਾ ਲੈ ਰਹੇ। ਸਰ ਓਵਰਆਲ ਅਗਰ ਮਸ਼ੀਨਰੀ ਦੀ ਗੱਲ ਕਰੀਏ ਉਹ ਐਡਮਿਨਿਸਟ੍ਰੇਸ਼ਨ ਦੀ ਵੀ ਨਾਲ ਲੱਗੀ ਕਿ ਕਿਉਂਕਿ ਇਹਨਾਂ ਦਾ ਪ੍ਰੋਜੈਕਟ ਹੈ ਤੁਸੀਂ ਨਾਲ ਸਪੋਰਟ ਕਰ ਰਹੇ ਹੋ ਕਿਵੇਂ? ਦੇਖੋ ਅਸੀਂ NDRF ਦੇ ਵੀ ਨਾਲ ਲੈ ਲਏ ਹੈਗੇ ਆ। NDRF ਹਾਲੇ ਤੱਕ ਮਤਲਬ NDRF ਵੀ ਆਏ ਹੋਏ ਆ ਤੇ ਨੈਸ਼ਨਲ ਇਹਦੇ
ਵਿੱਚ ਇਦਾਂ ਹੈਗਾ ਵੀ ਜਾਂ ਤਾਂ ਕੋਈ ਬਿਲਡਿੰਗ ਹੋਵੇ ਨਾ ਵੀ ਜਿਹਦੇ ਵਿੱਚ ਆਪਾਂ ਜਾਂ ਫਲੱਡ ਵਗੈਰਾ ਦਾ ਹੈਗਾ ਉਹ ਉੱਦਾਂ ਆਪਣੀ ਟੈਕਨੀਕਲ ਐਡਵਾਈਸ ਦੇ ਰਹੇ ਆ ਕਿਉਂਕਿ ਸਿੰਪਲ ਚੀਜ਼ ਆ ਵੀ ਬੰਦਾ ਮਿੱਟੀ ਦੇ ਵਿੱਚ ਜਿਹੜਾ ਇੰਨੇ ਨੀਚੇ ਦੱਬ ਗਿਆ ਹੈਗਾ ਤਾਂ ਉਹ ਤਾਂ ਮਿੱਟੀ ਆਪਾਂ ਸਾਈਡ ਤੋਂ ਕਰਾਂਗੇ ਤਾਂ ਹੀ ਹੋ ਸਕਦੀ ਆ ਤੇ ਨੈਸ਼ਨਲ ਹਾਈਵੇ ਦੇ ਕੋਲ ਵੀ ਕਾਫੀ ਮਸ਼ੀਨਰੀ ਹੈਗੀ ਆ ਤੇ ਮਸ਼ੀਨਰੀ ਜ਼ਿਆਦਾ ਮਤਲਬ ਇੰਨੀ ਸਰ ਸਫੀਸ਼ੀਐਂਟ ਮੈਡੀਕਲ ਟੀਮ ਨਾਲ ਵੀ ਤੁਹਾਡੀ ਗੱਲ ਹੋਈ Medical- ਤੁਹਾਨੂੰ ਲੱਗਦਾ ਕਿ ਇਹ ਜਿੰਨਾ ਟਾਈਮ ਹੋ ਚੁੱਕਿਆ ਕਿਤੇ ਸਰਵਾਈਵ ਦੇ ਕੋਈ ਚਾਂਸ ਲੱਗ ਰਹੇ ਆ ਜੀ? ਅਸੀਂ ਤਾਂ ਆਪਣੇ ਵੱਲੋਂ ਉਮੀਦ ਹਰ ਕੋਈ ਰੱਖਣੀ ਚਾਹੀਦੀ ਕਿਉਂਕਿ ਕਈ ਵਾਰੀ ਜਿਹੜੇ ਭੁਚਾਲ ਵਗੈਰਾ ਜਾਂ ਬਾਕੀ ਥਾਵਾਂ ਤੇ ਵੀ ਜਿਹੜੇ ਲੋਕੀ ਦੱਬੇ ਜਾਂਦੇ ਆ ਕਈ ਵਾਰੀ ਮਤਲਬ ਇਦਾਂ ਦੀ ਉਮੀਦ ਤੇ ਰੱਖਣੀ ਚਾਹੀਦੀ ਆ ਬਾਕੀ ਇਹਦੇ ਬਾਰੇ ਤੇ ਜੋ ਪਰਮਾਤਮਾ ਨੇ ਮਤਲਬ ਹੈਗਾ ਉਹ ਉਦੋਂ ਉੱਪਰ ਤਾਂ ਕੁਝ ਕਹਿ ਨਹੀਂ ਸਕਦੇ ठीक है जी ये मैं विपिन शर्मा हूँ जी रीजनल ऑफिसर चंडीगढ़ से। तो हुआ क्या कि कल एक्चुअली हमारी यहाँ पे पाइलिंग का काम हो रहा था दिल्ली कटरा एक्सप्रेस वे में। तो उसमें हमारा पाइलिंग में क्या था कि एक जो उसका बॉटम पार्ट होता है कैली वो नीचे फंस गया। तो उसके लिए जो पाइल का जो डायमीटर होता है वो 1.2 मीटर है। तो ये एकदम से टेक्निकल प्रोसीजर है कि एक एक्सपर्ट को भेजा जाता है नीचे और उसके साथ ऑक्सीजन सिलेंडर वगैरह भी होता है। तो नीचे जाके जो स्टक पोर्शन है जो हमारा मशीन का तो उसको वो निकालता है या काटता है जैसे कैसे उसको सिक्योर करता है। तो ये दो लोग गए थे, ऑक्सीजन सिलेंडर उनको लगा हुआ था और सारे ये ऐसा नहीं कि पहली बार गए थे ये लोग, ये पहले भी जाते थे, स्किल्ड काम है बेसिकली। तो जब ये नीचे गए तो एक तो इन्होंने मशीन वगैरह को सिक्योर कर लिया था वहाँ से क्योंकि बेसिकली हमारे 23 मीटर का पाइलिंग होना था, 20 मीटर का पाइलिंग हो चुका था बेसिकली हमारा। तो इसको हमने मशीन को दोबारा से रिस्टोर करके दोबारा 3 मीटर का पाइलिंग और करना था हमने। तो लोग ये नीचे गए, सारे जो सेफ्टी पैरामीटर्स उनको कंप्लाई किया गया था और ये एक्सपीरियंस लोग थे, ऐसा नहीं था। तो ये एक जो था उसने मशीन को सिक्योर भी कर लिया था, उसको ऊपर लाने ही लगे थे। तो हुआ क्या बेसिकली कि उसके ऊपर एक बंदा तो ऊपर आ गया और दूसरे बंदे को जो मिट्टी है उसके ऊपर गिर गई। उसको पूरा बचाने की कोशिश करी वो, लेकिन वो नीचे ही है। तो उसमें हम कोशिश कर रहे हैं प्लीज़ उसको किया उसको निकाला जाए। सर एक सवाल है कि ये सारा घटनाक्रम हुआ है, लापरवाही है या किस तरीके से बैड लग के चलते ये सारा ये? सर इसमें जितने भी प्रिकॉशंस हैं वो सारे लिए गए हैं। लापरवाही तो आप परमात्मा का कुछ इस तरह से अनहोनी हो गई है। तो ऐसा नहीं है कि लापरवाही की उसको सिलेंडर के साथ भेजा जाता है, जैसे 20 मीटर नीचे अगर किसी को भेजा जाता है और जो पहली बार तो जाता नहीं है सर, तो बेसिकली वो नीचे गया है तो उसके साथ पूरा कॉन्फिडेंस था, उसको स्किल थी, जो काम उसने करना था वो उसने कर दिया था। एक बंदा वापस एकदम से हमने इवैक्यूएट कर लिया, दूसरे बंदे को इवैक्यूएट करने से पहले उसकी आसपास की जो मिट्टी थी उसके ऊपर गिर गई सर, तो उसको हम निकाल रहे हैं। तो अभी स्टेटस क्या कि कुछ दिखाई दे रहा है सर अभी आप खुद ही देख लीजिए, अभी हमारा 25-30 फीट के आसपास हुआ है, हमने 70 फीट के आसपास जाना है। अब प्रॉब्लम क्या आ रही है कि दूसरी साइड सर हमारा तालाब है, तालाब की डीवाटरिंग कर रहे हैं। तो अभी 5 पंप लगाए हैं, 5 पंप हम और लगा रहे हैं। एडमिनिस्ट्रेशन जो सरकारी अपना जितना तंत्र यहाँ पे मौजूद है, सारा तंत्र मौजूद है सर। एनडीआरएफ की टीम आई हुई है, जैसे एनडीआरएफ टीम कभी अभी फील्ड में हमें दिखाई नहीं दे रही। नहीं, एनडीआरएफ की टीम सर रात से आई हुई है। ऑपरेशन को लीड कौन कर रहा है? ऑपरेशन को सर एनडीआरएफ टीम से हम जो भी, क्योंकि इन्होंने सारे काम पहले किए होते हैं, ये जैसे जैसे हम बोल रहे हैं इन्होंने जो बोला है हम सारी चीज़ों को मोबिलाइज कर रहे हैं। पहुँचने का समय कुछ सर हम कोशिश कर रहे हैं शाम तक, लेकिन हम रात का बंदोबस्त भी कर रहे हैं, माइक सिस्टम भी कर रहे हैं, लाइटों का बंदोबस्त भी कर रहे हैं, ऊपर तंबू का लगाने का भी बंदोबस्त कर रहे हैं कि हमारी सारी एफर्ट ये खराब ना हो जाए, ऐसा ना हो कि पानी यहाँ पे बरस जाए। लेकिन अभी तक बादल नहीं है, लेकिन हम सारा अरेंजमेंट करेंगे सर, हम पूरी कोशिश कर रहे हैं सर। ये दुख बड़ी न्यूज़ है। मैं सर रीजनल ऑफिसर हूँ, NHI में चंडीगढ़ से आया हूँ मैं, और मेरा विपिन शर्मा नाम है सर। ਹੋਰ ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼ ਦਾ ऑफिशियल YouTube ਚੈਨਲ।